ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਪ੍ਰੋਗਰਾਮ ਦੇ ਅਖੀਰਲੇ ਪਲਾਂ ਦੇ ਵਿੱਚ ਪਹੁੰਚ ਚੁੱਕੇ ਹਾਂ। ਸੋ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਕਤ ਕਿਸੇ ਨੂੰ ਤਖਤ ਤੇ ਬਿਠਾਉਂਦਾ ਹੈ ਅਤੇ ਕਦੇ ਮਿੱਟੀ ਵਿੱਚ ਰੋਲ ਦਿੰਦਾ ਹੈ। ਸੋ ਇੱਕ ਵਿਸ਼ਾਲ ਸਿੱਖ ਸਲਤਨਤ ਕਾਇਮ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਇੱਕ ਕਹਾਣੀ ਵੀ ਇੱਕ ਕਿਸਮ ਦੀ ਇੱਕ ਵੱਡੀ ਟ੍ਰੈਜਿਕ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਵਕਤ, ਸਮਾਂ, ਟਾਈਮ ਬਿਲਕੁਲ ਇਹ ਕਿਸੇ ਦਾ ਦੋਸਤ ਨਹੀਂ ਹੈ। ਇਸ ਦੇ ਜ਼ੁਲਫਾਂ ਮੱਥੇ ਤੇ ਹੁੰਦੀਆਂ ਨੇ, ਪਿੱਛੋਂ ਗੰਜਾ ਹੁੰਦਾ ਹੈ, ਆਂਦਿਆਂ ਫੜ ਲਓ ਤਾਂ ਫੜਿਆ ਜਾਂਦਾ ਹੈ, ਪਿੱਛੋਂ ਜਿਹੜਾ ਉਹ ਖਾਲੀ ਹਾਥੀ ਹੁੰਦੇ ਨੇ। और इस भी कोई शक नहीं है कि वक्त के दिन और रात, वक्त के कल और आज, वक्त की हर शय गुलाम, वक्त का हर शय पे राज। बिल्कुल। और इहदे ਜਿਹੜਾ ਰਾਜ ਹੈ ਵਕਤ ਦਾ, ਬੇਸ਼ੱਕ ਅਲਟੀਮੇਟਲੀ ਅਸੀਂ ਬਿਗਰ ਰੱਬ ਦੀ ਰਜ਼ਾ ਦੇ ਵਿੱਚ ਦੇਖਦੇ ਹਾਂ, ਪਰ ਜਦੋਂ ਤੁਸੀਂ ਹਿਸਟਰੀ, ਵਰਤਮਾਨ, ਮੌਜੂਦਾ ਦੌਰ, ਹਾਲ ਜਿਹਨੂੰ ਕਹਿੰਦੇ ਨੇ, ਉਸ ਨੂੰ ਦੇਖਦੇ ਹੋ ਤੇ ਬਹੁਤ ਵਾਰ ਇਹ ਲੱਗਦਾ ਹੈ ਵੀ ਅਸੀਂ ਇਹ ਦੇਖਦਿਆਂ ਹੋਇਆਂ ਵੀ ਕਿ ਕੀ ਕੁਛ ਵਾਪਰ ਗਿਆ, ਕਿੱਡੇ ਕਿੱਡੇ ਵੱਡੇ ਰਾਜੇ, ਰਾਣੇ, ਮਹਾਰਾਜੇ, ਐਮਪਾਇਰ, ਧਨੀ ਲੋਕ, ਐਸਟੈਬਲਿਸ਼ ਲੋਕ ਕਿਵੇਂ ਅਲਟੀਮੇਟਲੀ ਉਹ ਡਿਗੇ ਵੀ, ਕਈ ਜਿੰਦੇ ਜੀ ਉਹਨਾਂ ਨੇ ਅਰਸ਼ ਵੀ ਦੇਖਿਆ, ਫਰਸ਼ ਵੀ ਦੇਖਿਆ। ਹਾਲਾਂ ਇਸ ਨੂੰ ਅਸੀਂ ਰੂਹਾਨੀ ਦੁਨੀਆ 'ਚ ਇਹ ਵੀ ਯਾਦ ਦਹਾਨੀ ਕਰਦੇ ਹਾਂ ਕਿ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਕਿ ਰੱਬ ਜ਼ਮੀਨ ਤੋਂ ਅਸਮਾਨ ਤੇ ਲੈ ਜਾਂਦਾ ਹੈ ਤੇ ਪਤਾ ਨਹੀਂ ਕਦੋਂ ਅਸਮਾਨ ਤੋਂ ਉਹਨੇ ਥੱਲੇ ਸੁੱਟ ਦੇਣਾ। ਸੋ ਅਸੀਂ ਉਸ ਸਾਰੇ ਨੂੰ, ਉਸ ਵਕਤ ਦੀ ਅਹਿਮੀਅਤ ਨੂੰ ਸਮਝੀਏ, ਵਕਤ ਨੂੰ ਇਹ ਨਾ ਸਮਝੀਏ ਜਦੋਂ ਕੁਝ ਸਾਡੇ ਕੋਲ ਹਾਸਲ ਹੁੰਦਾ ਉਸ 'ਚ ਹੰਕਾਰੇ ਨਾ ਜਾਈਏ, ਸ਼ੁਕਰ ਰਜ਼ਾ 'ਚ ਰਹਿਣਾ। ਇਹ ਤਾਂ ਇੱਕ ਰੂਹਾਨੀ ਗੱਲ ਹੈ। ਮੈਂ ਸ਼ਾਇਦ ਇਸ ਨੂੰ ਇੱਕ ਜੇ ਉਦਾਸੀ ਵਾਲਾ ਪਲ ਵੀ ਕਹਿਣਾ ਹੋਏ, ਪਰ ਅੱਜ ਕਿਉਂਕਿ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਸੀ ਔਰ ਮੈਨੂੰ ਲੱਗਿਆ ਕਿ ਵੀ ਮੈਂ ਇਸ ਤੋਂ ਹੀ ਇਸ ਨੂੰ ਟੱਚ ਬੇਸ ਕਰਾਂ ਕਿ 10 ਮਾਰਚ 1957 ਦਾ ਉਹ ਦਿਨ ਸੀ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦੀ ਆਖਰੀ ਨਿਸ਼ਾਨੀ ਸ਼ਹਿਜ਼ਾਦੀ ਬੰਬਾ, ਉਸ ਨੇ ਲਾਹੌਰ ਦੇ ਵਿੱਚ ਆਪਣੇ ਅਖੀਰਲੇ ਸਾਹ ਲਏ। ਔਰ ਇਹ ਜਿਹੜੀ ਕਹਾਣੀ ਮਹਾਰਾਜਾ ਰਣਜੀਤ ਸਿੰਘ ਦੇ ਐਮਪਾਇਰ ਦੇ ਜਾਣ ਦੀ ਹੈ, ਜਿਹਨੂੰ ਸਿੱਖ ਰਾਜ ਜਾਣ ਦੀ ਕਹਾਣੀ, ਕਦੇ ਮਾਂ ਤੇ ਪੁੱਤਰ ਦੇ ਵਿਛੋੜੇ ਨਾਲ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਯੰਗੈਸਟ ਕੁਈਨ ਮਹਾਰਾਣੀ ਜਿੰਦਾਂ, ਉਸ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ, ਇਹ ਵੀ ਬਹੁਤ ਵਾਰ ਗ੍ਰੀਕ ਟ੍ਰੈਜਡੀਜ਼ ਦਾ ਜ਼ਿਕਰ ਹੁੰਦਾ ਹੈ। ਲੇਕਿਨ ਜੇ ਅਸੀਂ ਸੱਚਾਈ ਦੇ ਨਾਲ ਦੇਖੀਏ ਕਿ ਗ੍ਰੀਕ ਟ੍ਰੈਜਡੀਜ਼ ਤਾਂ ਇਮੈਜੀਨੇਸ਼ਨ 'ਚੋਂ ਨਿਕਲਦੀਆਂ ਨੇ, ਕੁਛ ਨੂੰ ਬਹੁਤ ਜਿਹੜਾ ਉਹ ਉਸ ਨੂੰ ਵਧਾ ਚੜਾ ਕੇ ਕਿਹਾ ਜਾਂਦਾ, ਐਗਜ਼ੈਗਰੇਟ ਕੀਤਾ ਜਾਂਦਾ। ਇਹ ਟਰੂਥਫੁਲ ਦੀ ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਫੈਮਿਲੀ ਦੀ ਦਾਸਤਾਨ ਹੀ ਦੇਖੀਏ, ਇੱਕ ਤਾਂ ਦੁਖਦ ਦੌਰ 1839 ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ, ਉਹਦੇ ਤੋਂ 1849 ਤੱਕ ਦਾ ਦੌਰ ਹੈ, ਜਿਹਦੇ 'ਚ ਕਿ ਕਿਵੇਂ ਭਰਾਵਾਂ ਨੇ ਭਰਾ ਨੂੰ, ਪਿਓ ਨੂੰ ਕਿਵੇਂ ਬੇਕਿਰਕੀ ਦੇ ਨਾਲ ਇਸ ਅਨਾਹ ਦੇ ਵਿੱਚ ਵੀ, ਗਰੀਡ ਦੇ ਵਿੱਚ ਵੀ, ਜਿਸ ਨੂੰ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਭਾਈ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਜਾਂ ਭੂਤ ਮੰਡਲੀ ਹੋਈ ਤਿਆਰ ਮੀਆਂ, ਕਿਵੇਂ ਚਾਰ ਚਫੇਰੇ ਖੂਨਰੇਜ਼ੀ ਹੈ ਆਪਣਿਆਂ ਦੀ, ਆਪਣਿਆਂ ਦੇ ਖੂਨ 'ਚ ਹੀ ਜਿਹੜੀਆਂ ਨੇ ਉਹ ਤਲਵਾਰਾਂ ਭਿੱਜਦੀਆਂ ਨੇ। ਫਿਰ ਇੱਕ ਗੱਦਾਰੀਆਂ ਦੀ ਦਾਸਤਾਨ ਉਹਦੇ ਨਾਲ ਜੁੜੀ ਹੋਈ ਹੈ, ਅੰਗਰੇਜ਼ਾਂ ਦਾ ਆਉਣਾ। ਫਿਰ ਅਸੀਂ ਜੇ ਇਕੱਲਾ ਮਹਾਰਾਜਾ ਰਣਜੀਤ ਸਿੰਘ, ਜਿਸ ਨੇ ਕਿੰਨਾ ਵੱਡਾ ਵਿਸ਼ਾਲ ਪੰਜਾਬ, ਜੇ ਉਸ ਦੇ 4 ਸੂਬੇ ਨੇ ਤਾਂ ਉਹਨਾਂ ਦੇ ਵਿੱਚ 3 ਸੂਬਿਆਂ ਦੇ ਨਾਂ ਦੇ ਉੱਤੇ ਉਹਨੇ ਆਪਣੇ ਮੁੰਡਿਆਂ ਦੇ ਨਾਂ ਰੱਖੇ ਨੇ, ਕਸ਼ਮੀਰਾ ਸਿੰਘ, ਮੁਲਤਾਨਾ ਸਿੰਘ ਔਰ ਪਸ਼ੌਰਾ ਸਿੰਘ। ਔਰ ਉਸ ਦਾ ਬਾਕੀ ਔਲਾਦ, ਵੱਡਾ ਲੜਕਾ ਖੜਕ ਸਿੰਘ ਜਿਹਨੂੰ ਗੱਦੀ ਨਸ਼ੀਨ ਕੀਤਾ ਹੈ, ਉਹਦਾ ਪ੍ਰੋਮਿਸਿੰਗ ਪੋਤਾ ਕੰਵਰ ਨੌ ਨਿਹਾਲ ਸਿੰਘ, ਔਰ ਫਿਰ ਜਿਸ ਨੂੰ
ਜਫਾ ਜੰਗ ਪੁੱਤਰ ਰਣਜੀਤ ਸਿੰਘ ਦਾ ਕਹਿੰਦੇ ਸੀ ਮਹਾਰਾਜਾ ਸ਼ੇਰ ਸਿੰਘ ਜਿਹੜਾ 2 ਸਾਲ ਲਾਹੌਰ ਤਖਤ ਤੇ ਰਿਹਾ ਅਲਟੀਮੇਟਲੀ ਉਹ ਜਿਹੜੀ ਇੱਕ ਅੰਗਰੇਜ਼ੀ ਦੇ 2 ਸ਼ਬਦ ਨੇ, ਇੱਕ ਹੈ ਫਰੈਟਰਨਿਟੀ, ਇੱਕ ਹੈ ਫਰੈਟਰੀਸਾਈਡਲ। ਹੁਣ ਫਰੈਟਰਨਿਟੀ ਇਹ ਹੈ ਕਿ ਜਦੋਂ ਤੁਸੀਂ ਆਪਸੀ ਉਹੀ ਭਰਾ ਇਕੱਠੇ ਹੋਣ, ਉਹੀ ਤੁਹਾਡਾ ਕਬੀਲਾ ਇਕੱਠਾ ਹੋਏ, ਜਿਹਨੂੰ ਅਸੀਂ ਭਾਈਚਾਰਾ ਕਹਿੰਦੇ ਹਾਂ ਫਰੈਟਰਨਿਟੀ ਲਈ, ਉਹ ਤੁਹਾਡੀ ਸਟਰੈਂਥ ਹੈ। ਉਹੀ ਜਦੋਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਣ ਤੇ ਉਹ ਫਿਰ ਫਰੈਟਰੀਸਾਈਡਲ ਹੈ। ਫਿਰ ਉਸ ਦੀ ਜਿਹੜੀ ਤਬਾਹੀ ਹੁੰਦੀ ਹੈ ਉਸ ਦਾ ਹੋਰ ਕੋਈ ਚੀਜ਼ ਵੀ ਉਹਨੂੰ ਜਿਹੜੀ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਜਿਹੜੀ ਫਰੈਟਰੀਸਾਈਡਲ, ਜਿਹਨੂੰ ਅਸੀਂ ਭਰਾ ਮਾਰੂ ਲੜਾਈ ਕਹਿੰਦੇ ਹਾਂ, ਸਾਰੇ ਹੀ ਉਹਦੀ ਭੇਟ ਚੜ੍ਹ ਗਏ। ਜਦੋਂ ਅੰਗਰੇਜ਼ਾਂ ਨੇ 1846 'ਚ ਆ ਕੇ ਲਾਹੌਰ ਬੈਠ ਗਏ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ, ਤੇ ਉਦੋਂ ਮਾਸੂਮ ਇੱਕੋ ਇੱਕ ਬੱਚਾ ਰਣਜੀਤ ਸਿੰਘ ਦਾ ਬਚਿਆ ਸੀ, ਦਲੀਪ ਸਿੰਘ 8-9 ਸਾਲ ਦਾ, ਔਰ ਉਸ ਦੀ ਮਾਂ ਜਿੰਦਾ। ਔਰ ਫਿਰ ਕਿਵੇਂ ਇਹ ਅੱਗੋਂ 1846 ਤੋਂ 1849 ਤੱਕ 3 ਸਾਲ ਫਿਰ ਉਹ ਦੁਖਾਂਤਕ ਕਹਾਣੀ ਹੈ ਕਿ ਅੰਗਰੇਜ਼ਾਂ ਨੇ ਕਿਵੇਂ ਸਾਜ਼ਿਸ਼ ਦੇ ਤਹਿਤ ਦਲੀਪ ਸਿੰਘ ਨੂੰ ਆਪਣੀ ਮਾਂ ਤੋਂ ਅੱਡ ਕੀਤਾ, ਮਹਾਰਾਣੀ ਜਿੰਦਾ ਨੂੰ ਗ੍ਰਿਫਤਾਰ ਕਰਕੇ ਸ਼ੇਖੂਪੁਰੇ ਦੀ ਜੇਲ੍ਹ 'ਚ ਰੱਖਿਆ, ਕਿਤੇ ਹੋਰ ਰੱਖਿਆ, ਫਿਰ ਉਸ ਨੂੰ ਫਤਿਹਪੁਰ ਜਿਹੜਾ ਯੂਪੀ 'ਚ ਹੈ ਉੱਥੇ ਲੈ ਗਏ, ਔਰ ਉੱਥੋਂ ਕਿਵੇਂ ਉਹ ਇੱਕ ਵਣਜਾਰਨ ਦਾ ਭੇਸ ਬਣਾ ਕੇ ਉੱਥੋਂ ਐਸਕੇਪ ਕਰਕੇ ਪੈਦਲ ਜੰਗਲੋਂ ਜੰਗਲੀ ਕਿਵੇਂ ਨੇਪਾਲ 'ਚ ਪਹੁੰਚੀ, ਔਰ ਨੇਪਾਲ ਦੇ ਵਿੱਚ ਉਹਨੇ ਅਗਲੇ 12-13 ਸਾਲ ਕਿਸ ਹਾਲਤ 'ਚ ਗੁਜ਼ਾਰੇ। ਔਰ ਉਹਦਾ ਬੇਟਾ ਦਲੀਪ ਸਿੰਘ, ਜਿਹਨੂੰ 1849 'ਚ ਜਿਹੜੀ ਲੜਾਈ ਚੇਲਿਆਂਵਾਲਾ ਦੇ ਵਿੱਚ ਹੁੰਦੀ ਹੈ, ਔਰ ਫਾਈਨਲੀ ਜਿਹੜਾ ਉਸ ਤੋਂ ਬਾਅਦ ਅੰਗਰੇਜ਼ ਸਾਰੇ ਪੰਜਾਬ 'ਤੇ ਕਾਬਜ਼ ਹੋ ਜਾਂਦੇ ਨੇ, ਔਰ ਫਿਰ ਮਹਾਰਾਜਾ ਦਲੀਪ ਸਿੰਘ ਨੂੰ ਵੀ ਉਸ ਧਰਤੀ ਤੋਂ ਜਿਹੜਾ ਉਹ ਬਦਰ ਕਰ ਦਿੱਤਾ ਜਾਂਦਾ ਹੈ। ਕਿਵੇਂ ਉਸ ਨੂੰ ਉਹਨੇ ਅਖੀਰਲਾ ਦਿਨ ਪੰਜਾਬ ਦੀ ਧਰਤੀ 'ਤੇ ਗੁਜ਼ਾਰਿਆ। ਔਰ ਇਹ ਜਦੋਂ ਅਸੀਂ 2 ਦਿਨ ਪਹਿਲਾਂ ਦਾ ਦਿਨ ਹੈ 8 ਮਾਰਚ 1853, ਉਹ ਦਿਨ ਸੀ। ਹਾਲਾਂ ਦਲੀਪ ਸਿੰਘ ਨੂੰ ਉੱਥੋਂ ਕੱਢ ਕੇ ਕੋਈ ਸਿੱਧਾ ਇੰਗਲੈਂਡ ਨਹੀਂ ਲਿਆਏ, ਉਹ ਯੂਪੀ ਦੇ ਇੱਕ ਥਾਂ 'ਤੇ ਰੱਖਿਆ। ਉਹਦੇ ਨਾਲ ਉਹਨਾਂ ਨੇ ਇੱਕ ਅੰਗਰੇਜ਼ੀ ਕਪਲ ਮਿਸਟਰ ਲੋਗਨ ਐਂਡ ਲੇਡੀ ਲੋਗਨ ਉਹਦੀ ਘਰ ਵਾਲੀ ਲਾਈ। ਉਹਨਾਂ ਨੇ ਕਿਹਾ ਵੀ ਮਾਂ ਤੋਂ ਤਾਂ ਅੱਡ ਕੀਤਾ ਹੋਇਆ ਸੀ, ਆਪਣੀ ਧਰਤੀ ਤੋਂ ਵੀ ਅੱਡ ਕੀਤਾ, ਔਰ ਫਿਰ ਉਸ ਨੂੰ ਕ੍ਰਿਸਚੀਅਨਿਟੀ ਦਾ ਸਬਕ ਪੜ੍ਹਾਉਂਦੇ ਉਸ ਲੈਵਲ 'ਤੇ ਲੈ ਆਏ ਕਿ ਉਹਨੂੰ ਕਿਹਾ ਕਿ ਵੀ ਹੁਣ ਇਹਨੂੰ ਅਸੀਂ ਕ੍ਰਿਸਚਨ ਬਣਾ ਦੇਣਾ। ਔਰ 8 ਮਾਰਚ 1853 ਨੂੰ ਉੱਥੇ ਹੀ ਰੱਖ ਕੇ, ਕਿਉਂਕਿ ਇਹ ਜਿਹੜਾ ਲਾਰਡ ਡਲਹੌਜ਼ੀ ਜਿਹਨੇ ਸਾਰਾ ਸਿਨਿਸਟਰ ਆਪਰੇਸ਼ਨ ਕੀਤਾ, ਉਹਨੇ ਉਹਨੂੰ ਕਿਹਾ ਆਪਣੇ ਲੋਗਨ ਔਰ ਲੇਡੀ ਲੋਗਨ ਨੂੰ ਵੀ ਇਹਦਾ ਨਾਂ ਦਲੀਪ ਸਿੰਘ ਹੀ ਰਹਿਣ ਦਿਓ, ਲੇਕਿਨ ਇਹਨੂੰ ਕਿਸੇ ਤਰੀਕੇ ਨਾਲ ਈਸਾਈ ਮਤ ਦੇ ਵਿੱਚ ਲਿਆਓ। ਔਰ ਉਹਦਾ ਜਿਹੜਾ ਉਹ 8 ਮਾਰਚ ਨੂੰ ਉਹਨੂੰ ਬੈਪਟਾਈਜ਼ ਕਰਕੇ ਈਸਾਈ ਬਣਾਇਆ ਜਾਂਦਾ ਹੈ। ਔਰ ਉਸ ਤੋਂ ਫਿਰ ਜਲਦੀ ਬਾਅਦ 14 ਸਾਲ ਦਾ ਉਦੋਂ ਉਹਨੂੰ ਇੰਗਲੈਂਡ ਤੋਰ ਦਿੱਤਾ ਜਾਂਦਾ ਹੈ। ਕਦੇ ਵੀ ਪੰਜਾਬ ਦੀ ਧਰਤੀ 'ਤੇ ਵਾਪਸ ਨਹੀਂ ਆਉਣ ਦਿੱਤਾ ਜਾਂਦਾ। ਮਾਂ ਨਾਲ ਉਦੋਂ ਹੀ ਮਿਲਦਾ ਜਦੋਂ ਮਾਂ ਅੱਖਾਂ ਤੋਂ ਅੰਨੀ ਹੋ ਚੁੱਕੀ ਹੈ, ਔਰ ਇੰਗਲੈਂਡ ਜਾ ਕੇ ਸਾਲ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ। ਹਾਲਾਂ ਉਹ ਜੂਝਦਾ ਹੈ ਜਦੋਂ ਤੱਕ ਉਹਨੂੰ ਉਹਦੀ ਮਾਂ ਮਿਲਦੀ ਹੈ, ਉਹਨੂੰ ਸਮਝ ਆਉਂਦੀ ਹੈ ਵੀ ਉਹ ਕੀ ਸੀ, ਕਿ ਉਹ ਵਾਪਸ ਆਉਣਾ ਚਾਹੁੰਦਾ ਹੈ ਪੰਜਾਬ। ਅਦਨ ਦੀ ਪੋਰਟ ਤੱਕ ਪਹੁੰਚਦਾ ਹੈ ਆਪਣੇ ਪਰਿਵਾਰ ਦੇ ਨਾਲ, ਉਹਨੂੰ ਉੱਥੋਂ ਭੇਜ ਦਿੱਤਾ ਜਾਂਦਾ। ਉਹ ਫਿਰ ਮਾਸਕੋ ਪਹੁੰਚ ਜਾਂਦਾ ਹੈ, ਦੂਜਾ ਮੈਂ ਲੜਾਂ, ਔਰ ਫਰਾਂਸ ਦੇ ਇੱਕ ਹੋਟਲ ਦੇ ਕਮਰੇ 'ਚ ਅਧਰੰਗ ਦੇ ਦੌਰੇ ਨਾਲ ਅਨਵੈਪਡ, ਅਨਆਨਰਡ ਐਂਡ ਅਨਸੰਗ, ਸ਼ਾਇਦ 1893 ਦਾ ਸਾਲ ਹੈ, ਉਹਦੀ ਡੈਥ ਹੋ ਜਾਂਦੀ। ਹੁਣ ਇਸ ਪੀਰੀਅਡ 'ਚ ਦਲੀਪ ਸਿੰਘ ਜਿਹੜਾ ਜ਼ਾਹਰ ਹੈ ਕ੍ਰਿਸਚੀਅਨਿਟੀ 'ਚ ਵੀ ਗਿਆ, ਵਾਪਸ ਸਿੱਖੀ 'ਚ ਵੀ ਮੁੜਿਆ, ਪਰ ਉਸ ਤੋਂ ਪਹਿਲਾਂ ਉਸ ਨੇ ਜਿਹੜਾ ਵਿਆਹ ਕਰ ਲਿਆ, ਔਰ ਉਸ ਦੀ ਜਿਹੜੀ ਘਰ ਜਿਹੜੇ ਬੱਚੇ ਵੀ ਨੇ, ਮੈਂ ਜਦੋਂ ਉਹਨਾਂ ਦਾ ਈਵਨ ਬਹੁਤਾ ਵੇਰਵੇ ਤਾਂ ਜ਼ਿਕਰ ਨਹੀਂ ਕਰ ਸਕਦਾ, ਉਹਨਾਂ ਦੇ ਵਿੱਚ ਵਿਕਟਰ ਦਲੀਪ ਸਿੰਘ ਔਰ ਫੈਡਰਿਕ ਦਲੀਪ ਸਿੰਘ, ਇਹ 2 ਉਹਦੇ ਬੇਟੇ ਸੀ। ਹਾਲਾਂ ਉਹਨਾਂ ਦੀ ਅੱਗੋਂ ਔਰ ਇਹ ਵੀ ਤੁਸੀਂ ਦੇਖੋ ਕੁਦਰਤ ਜਾਂ ਵਕਤ ਦੀ ਗੱਲ ਹੁੰਦੀ ਹੈ ਕਿ 2 ਲੜਕੇ 2 ਬੇਟੀਆਂ, ਉਹਨਾਂ ਦੇ ਅੱਗੋਂ ਕੋਈ ਔਲਾਦ ਨਹੀਂ ਹੋਈ। ਔਰ ਅੱਜ ਕੋਈ ਐਸਾ ਨਹੀਂ ਹੈ ਜਿਹੜਾ ਰਣਜੀਤ ਸਿੰਘ ਦਾ ਡਾਇਰੈਕਟ ਡਿਸੈਂਡੈਂਟ ਕਹਿ ਸਕੇ। ਇਹ ਲਾਸਟ ਜਿਸ ਸ਼ਹਿਜ਼ਾਦੀ ਜਿਹੜੀ ਪ੍ਰਿੰਸੈਸ ਬੰਮਾ, ਜਿਹੜੀਆਂ ਫਿਰ ਆਪਣੀਆਂ ਰੂਟਸ ਨੂੰ ਲੱਭਣ ਤੁਰੀ, ਉਹਨੇ ਕਿਹਾ ਵੀ ਨਹੀਂ, ਜਿੱਥੇ ਮੇਰੇ ਦਾਦੇ ਦਾ ਰਾਜ ਸੀ ਮੈਂ ਉਸ ਧਰਤੀ 'ਤੇ ਹੀ ਜਾਣਾ। ਔਰ ਉਹ ਕਿਉਂਕਿ ਪ੍ਰਿੰਸੈਸ ਵੀ ਸੀ, ਉਹਨੂੰ ਥੋੜ੍ਹੇ ਬਹੁਤ ਉਹ ਸਕਾਲਰ ਦਿੰਦੇ ਵੀ ਸੀ, ਜਿਹੜਾ ਸਾਲਾਨਾ ਹੁੰਦਾ ਵਜ਼ੀਫਾ ਜਾਂ ਕੀ ਉਹਨੂੰ ਕਹਿੰਦੇ ਨੇ, ਔਰ ਉਹ ਲਾਹੌਰ ਆ ਗਈ ਸੀ। ਸੋ ਇਹ ਉਹਦੀ ਡੈਥ ਜਿਹੜੀ ਹੈ ਸ਼ਹਿਜ਼ਾਦੀ ਬੰਬਾ ਦੀ,
ਜਿਹਨੇ ਫਿਰ ਇੱਕ ਗੋਰੇ ਨਾਲ ਹੀ ਵਿਆਹ ਕੀਤਾ, ਮਿਸਟਰ ਸਦਰਲੈਂਡ। ਇਹ ਮੈਡੀਕਲ ਕਾਲਜ ਲਾਹੌਰ ਦਾ ਪ੍ਰਿੰਸੀਪਲ ਸੀ। ਇਹਦੀ ਡੈਥ 1930s ਦੇ ਵਿੱਚ ਹੀ ਹੋ ਗਈ ਸੀ ਸਦਰਲੈਂਡ ਦੀ। ਔਰ ਇਹ ਸ਼ਹਿਜ਼ਾਦੀ ਬੰਬਾ ਸਦਰਲੈਂਡ, ਉਸ ਦੀ 10 ਮਾਰਚ 1957 ਨੂੰ ਲਾਹੌਰ ਦੇ ਵਿੱਚ ਮੌਤ, ਕਿਉਂਕਿ ਲਾਹੌਰ ਹੀ ਰਹਿੰਦੀ ਸੀ, ਉਹ ਪਾਕਿਸਤਾਨ ਬਣ ਗਿਆ। ਔਰ ਜਦੋਂ ਉਹਨੂੰ ਕ੍ਰੀਮੇਟ ਕੀਤਾ, ਕੋਈ ਵੀ ਆਲੇ ਦੁਆਲੇ ਨਹੀਂ ਸੀ। ਬ੍ਰਿਟਿਸ਼ ਐਮਬੈਸੀ ਨੇ ਲਾਹੌਰ ਦੇ ਵਿੱਚ ਜਿਹੜਾ ਉਸ ਨੂੰ ਕ੍ਰੀਮੇਟ ਕੀਤਾ ਜਾਂ ਉਸ ਦੀ ਕਿਤੇ ਕਬਰ ਵੀ ਬਣਾਈ ਹੋਈ ਹੈ। ਹੁਣ ਇਹ ਜਿਹੜਾ ਇਹ ਸਾਰੇ 'ਚ ਉਹਦਾ ਜਨਮ 1869 ਦੇ ਵਿੱਚ ਹੁੰਦਾ ਹੈ। ਔਰ ਆਲਰੇਡੀ ਵਿਕਟਰ ਔਰ ਫੈਡਰਿਕ, ਮੈਂ ਜਿਵੇਂ ਕਿਹਾ ਵੀ ਉਹਦੇ ਵੱਡੇ ਭਰਾ ਸੀ। ਔਰ ਇਹਦਾ ਪੂਰਾ ਨਾਂ ਜਿਹੜਾ ਹੈ ਸ਼ਹਿਜ਼ਾਦੀ ਬੰਬਾ ਦਾ, ਬੰਬਾ ਸੋਫੀਆ ਜ਼ਿੰਦਾ ਦਲੀਪ ਸਿੰਘ, ਕਿਉਂਕਿ ਬੰਬਾ ਉਹਦਾ ਨਾਂ ਸੀ, ਸੋਫੀਆ ਉਹਦੀ ਮਾਂ ਦਾ ਨਾਂ ਸੀ, ਜਿੰਦਾ ਜ਼ਾਹਰ ਹੈ ਦਾਦੀ ਦਾ ਨਾਂ ਸੀ, ਔਰ ਦਲੀਪ ਸਿੰਘ ਉਹਦੇ ਪਿਤਾ ਦਾ। ਸੋ ਇਹ ਉਹਦਾ ਕੰਪਲੀਟ ਜਿਹੜਾ ਉਹਦਾ ਪਾਸਪੋਰਟ ਤੇ ਜਾਂ ਉਹਦਾ ਆਫੀਸ਼ੀਅਲ ਨੇ ਸੀ, ਬੰਬਾ ਸੋਫੀਆ ਜਿੰਦਾ ਦਲੀਪ ਸਿੰਘ। ਔਰ ਇਹ ਜਿਹੜੀ ਉਹਦੀ ਇੱਕ ਛੋਟੀ ਭੈਣ ਬੰਬਾ ਦੀ ਸੀ, ਸ਼ਹਿਜ਼ਾਦੀ ਸੋਫੀਆ। ਜਦੋਂ ਅਸੀਂ ਕਿਵੇਂ ਇੰਗਲੈਂਡ ਦੇ ਵਿੱਚ ਵੋਟ ਦੇ ਹੱਕ ਲਈ ਕਿਵੇਂ ਸਟਰਗਲ ਕੀਤੀ ਔਰਤਾਂ ਨੇ, ਉਹਨੂੰ ਇਹ ਦਲੀਪ ਸਿੰਘ ਦੀ ਛੋਟੀ ਬੇਟੀ ਸੋਫੀਆ ਬਾਕੀ ਲੀਡਰਸ ਦੇ ਨਾਲ ਸੀ। ਔਰ ਉਹਦੇ ਉੱਤੇ ਤਾਂ ਹੁਣ ਬਹੁਤ ਸਾਰਾ ਕੁਝ ਲਿਖਿਆ ਗਿਆ ਕਿ ਕਿਵੇਂ ਵੀ ਉਹੀ ਰੈਵੋਲੂਸ਼ਨਰੀ ਬਲੱਡ ਜਿਹੜਾ ਉਹਨੇ ਇੰਗਲੈਂਡ 'ਚ ਜਾ ਕੇ ਵੀ ਔਰਤਾਂ ਨੂੰ ਉਹਨਾਂ ਦਾ ਹੱਕ ਦਿਵਾਇਆ। ਪਰ ਜਦੋਂ ਦਲੀਪ ਸਿੰਘ ਦੀ ਮੌਤ ਹੋ ਜਾਂਦੀ ਹੈ ਪੈਰਿਸ ਦੇ ਵਿੱਚ, ਤੇ ਇਹ ਜਿਹੜੀ ਸ਼ਹਿਜ਼ਾਦੀ ਬੰਬਾ ਹੈ ਉਹਦੇ ਮਨ 'ਚ ਹੁੰਦਾ ਹੈ ਕਿ ਵੀ ਮੈਂ ਆਪਣੇ ਪੰਜਾਬ ਦੀ ਧਰਤੀ ਤੇ ਜਾਣਾ, ਆਪਣੇ ਪਿਓ ਦੀ ਧਰਤੀ ਤੇ ਜਾਣਾ। ਔਰ ਉਹ ਇੱਕ ਹੋਰ ਆਪਣੀ ਸਹੇਲੀ ਦੇ ਨਾਲ ਜਿਹੜੀ ਹੰਗੇਰੀਅਨ ਸੀ, ਮਿਸ ਮੈਰੀ, ਉਹ ਪੰਜਾਬ 'ਚ ਸਿੱਖਾਂ 'ਚ ਚਾਅ ਵੀ ਹੁੰਦਾ ਹੈ। ਅੰਗਰੇਜ਼ ਪੂਰਾ ਇੰਟੈਲੀਜੈਂਸ ਵੀ ਉਹਨਾਂ ਨੇ ਲਾਈ ਹੋਈ ਹੈ ਵੀ ਸਾਡੇ ਮਹਾਰਾਜੇ ਦੀ ਸ਼ਹਿਜ਼ਾਦੀ ਆਈ ਹੈ। ਔਰ ਬਹੁਤ ਜਲਦੀ ਜਿਹੜੀ ਮੈਰੀ ਹੈ ਉਹ ਇੱਕ ਜਿਹੜੇ ਰਾਇਲ ਸਰਦਾਰ ਸੀ ਉਮਰਾਓ ਸਿੰਘ ਸ਼ੇਰਗਿੱਲ, ਉਹਦੇ ਨਾਲ ਵਿਆਹ ਕਰ ਲੈਂਦੀ ਹੈ। ਔਰ ਜਦੋਂ ਵੀ ਸਾਊਥ ਏਸ਼ੀਆ ਹੀ ਨਹੀਂ, ਅੱਜ ਗਲੋਬਲ ਲੈਵਲ ਦੇ ਉੱਤੇ ਬਹੁਤ ਵੱਡੇ ਪੇਂਟਰਸ ਦੀ ਗੱਲ ਹੁੰਦੀ ਹੈ ਕਲਾਕਾਰਾਂ 'ਚ, ਤੇ ਅੰਮ੍ਰਿਤਾ ਸ਼ੇਰਗਿੱਲ ਉਸ ਦਾ ਨਾਂ ਜਿਹੜਾ ਉਹ ਸੁਨਹਿਰੀ ਅੱਖਰਾਂ 'ਚ ਹੈ। ਅੱਜ ਵੀ ਉਹਦੀਆਂ ਬਣਾਈਆਂ ਪੇਂਟਿੰਗਸ ਉਹ ਇੰਟਰਨੈਸ਼ਨਲ ਲੈਵਲ 'ਤੇ ਨੇ। ਔਰ ਇਹ ਅੰਮ੍ਰਿਤਾ ਸ਼ੇਰਗਿੱਲ ਇਹ ਜਿਹੜੀ ਹੰਗੇਰੀਅਨ ਬੀਬੀ ਔਰ ਉਮਰਾਓ ਸਿੰਘ ਸ਼ੇਰਗਿੱਲ ਦੀ ਔਲਾਦ ਸੀ, ਉਹਨਾਂ ਦੀ ਡਾਟਰ ਸੀ। ਉਹਦੀ ਵੀ ਬੜੀ ਟ੍ਰੈਜਿਕ ਅਰਲੀ ਉਮਰ ਦੇ ਵਿੱਚ ਹੀ ਡੈਥ ਹੋਈ। ਉਹ ਤਾਂ ਵਿਆਹ ਕਰਾ ਕੇ ਹੰਗਰੀ ਚਲੇ ਗਏ। ਇਹ ਜਿਹੜੀ ਬੀਬੀ ਹੈ ਇਹਨੇ ਆ ਕੇ ਲਾਹੌਰ ਦੇ ਮਾਡਲ ਟਾਊਨ 'ਚ ਆਪਣੀ ਰਿਹਾਇਸ਼ ਦੇ ਲਈ ਇੱਕ ਬੰਗਲਾ ਖਰੀਦਿਆ, ਔਰ ਉਸ ਬੰਗਲੇ ਦਾ ਨਾਂ ਉਹਨੇ ਗੁਲਜ਼ਾਰ ਰੱਖਿਆ। ਔਰ ਉੱਥੇ ਇੱਕ ਕਨਾਲ ਦੇ ਏਰੀਏ 'ਚ ਗੁਲਾਬਾਂ ਦਾ ਬਾਗ ਵੀ ਲਵਾਇਆ। ਔਰ 1915 'ਚ ਸ਼ਹਿਜ਼ਾਦੀ ਬੰਬਾ ਨੇ ਕਿੰਗ ਐਡਵਰਡ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਡੇਵਿਡ ਵਾਟਰ ਸਦਰਲੈਂਡ ਦੇ ਨਾਲ ਵਿਆਹ ਕਰਵਾਇਆ। ਹੁਣ ਇੱਕ ਡਿਜ਼ਾਇਰ ਸੀ ਮਹਾਰਾਣੀ ਜਿੰਦਾਂ ਦੀ। ਜਦੋਂ ਉਹਦੀ ਇੰਗਲੈਂਡ 'ਚ ਮੌਤ ਹੋਈ, ਉਹਨੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਕਿਹਾ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ 'ਤੇ ਨਾ ਰੋੜੀ। ਪਰ ਅੰਗਰੇਜ਼ਾਂ ਨੂੰ ਉਹਨੇ ਜਿੰਦਾਂ ਦੀ ਕਿ ਜਿੱਥੇ ਮੇਰੇ ਪਤੀ ਮਹਾਰਾਜਾ ਰਣਜੀਤ ਸਿੰਘ ਨੂੰ ਦੀਆਂ ਅਸਥੀਆਂ ਨੇ ਉੱਥੇ ਹੀ ਮੈਂ ਜਾਣਾ। ਔਰ ਇਹ ਅੰਗਰੇਜ਼ਾਂ ਨੇ ਅਲਾਉ ਨਹੀਂ ਕੀਤਾ, ਕਿਉਂਕਿ ਉਹ ਉੱਥੋਂ ਗੋਦਾਵਰੀ ਤੋਂ ਹੀ ਨਾਸਿਕ ਮਹਾਰਾਸ਼ਟਰ ਦੇ ਦਲੀਪ ਸਿੰਘ ਨੂੰ ਮੋੜ ਦਿੱਤਾ, ਪੰਜਾਬ ਨਹੀਂ ਆਉਣ ਦਿੱਤਾ। ਸੋ ਸ਼ਹਿਜ਼ਾਦੀ ਬੰਬਾ ਨੇ ਪਹਿਲਾਂ ਤਾਂ ਜਿਹੜੀਆਂ ਉਸ ਦੀਆਂ ਅਸਥੀਆਂ ਨਾਸਿਕ ਦੇ ਵਿੱਚ ਸਿੱਖ ਸਮਾਜ 'ਚ ਪਈਆਂ, ਉੱਥੋਂ ਲਿਆ ਕੇ ਔਰ ਸਿੱਖ ਲੀਡਰਸ਼ਿਪ ਦੇ ਕੋਆਪਰੇਸ਼ਨ ਦੇ ਨਾਲ ਫਿਰ ਉਹਦੀ ਆਪਣੀ ਜਿਹੜੀ ਹੈ ਦਾਦੀ ਦੀ ਇੱਛਾ ਪੂਰੀ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਉਹਨਾਂ ਨੂੰ ਜਿਹੜਾ ਰੱਖਿਆ ਗਿਆ। ਔਰ ਇਹ ਜਿਹੜਾ ਇਹ ਸਾਰੇ 'ਚੋਂ ਉਹ ਅਖੀਰਲੀ ਸਾਹ ਤੱਕ ਉਹ ਲਾਹੌਰ ਹੀ ਰਹੀ। ਔਰ ਉਹ ਲਾਹੌਰ ਦੀਆਂ ਗਲੀਆਂ 'ਚ ਘੁੰਮਦੀ 100 ਸਾਲ ਪਿੱਛੇ ਜਾ ਕੇ ਸ਼ੇਰੇ ਪੰਜਾਬ ਦੇ ਸਮੇਂ ਦੀਆਂ ਹਵਾਵਾਂ ਨੂੰ ਮਹਿਸੂਸ ਕਰਦੀ। ਔਰ ਇਹ ਸਾਰਾ ਤਾਂ ਪਾਰਟ ਹੈ ਹੀ ਹੈ। 1939 ਦੇ ਵਿੱਚ ਇਹਨਾਂ ਦੇ ਸ਼ਹਿਜ਼ਾਦੀ ਦੇ ਹਸਬੈਂਡ ਡਾਕਟਰ ਸਦਰਲੈਂਡ ਦੀ ਮੌਤ ਹੋ ਜਾਂਦੀ ਹੈ। ਫਿਰ ਉਹ ਇੱਕ ਗੁਮਨਾਮ ਦੇ ਵਾਂਗ ਹੀ ਉੱਥੇ ਰਹਿੰਦੀ ਰਹੀ। ਔਰ 10 ਮਾਰਚ 1957 ਨੂੰ ਉਹਨੇ ਅਖੀਰਲਾ ਸਾਹ ਲਿਆ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਬਹੁਤ ਹੀ ਟਰਸਟਵਰਦੀ ਸ਼ਹਿਜ਼ਾਦੀ ਬੰਬਾ ਦਾ ਜਿਸ ਦੇ ਉੱਤੇ ਟਰਸਟ ਸੀ ਉਹ ਸੀ ਕਰੀਮ ਬਖਸ਼, ਜਿਹਨੇ ਬਹੁਤ ਸੇਵਾ ਕੀਤੀ, ਉਹਨਾਂ ਦੇ ਨਾਲ ਰਿਹਾ। ਔਰ ਅਖੀਰ ਮਰਨ ਤੋਂ ਪਹਿਲਾਂ ਸ਼ਹਿਜ਼ਾਦੀ ਬੰਬਾ ਨੇ ਬਹੁਤ ਸਾਰੀਆਂ ਜਿਹੜੀਆਂ ਉਹਦੇ ਕੋਲ ਕੀਮਤੀ ਲੈਗੇਸੀ ਸੀ, ਜਿਨ੍ਹਾਂ 'ਚ 18 ਲਾਹੌਰ ਦਰਬਾਰ ਨਾਲ ਸੰਬੰਧਿਤ ਤੇਲ ਦੀਆਂ ਪੇਂਟਿੰਗ ਸੀ, 14
ਪਾਣੀ ਵਾਲੇ ਰੰਗਾਂ ਦੇ ਨਾਲ, 12 ਆਈਵਰੀ ਪਿਕਚਰ ਸੀ, 17 ਜਿਹੜੀਆਂ ਪਿਕਚਰਸ ਮਹਾਰਾਜੇ ਦੇ ਪਰਿਵਾਰ ਨਾਲ ਸੰਬੰਧਿਤ ਸੀ, 10 ਮੈਟਲ ਦੀਆਂ ਬਣੀਆਂ ਹੋਈਆਂ ਚੀਜ਼ਾਂ ਸੀ ਔਰ 7 ਹੋਰ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਚੀਜ਼ਾਂ ਸੀ। ਇਸ ਨੂੰ ਉਹਨਾਂ ਨੇ ਆਪਣੇ ਭਰੋਸੇਮੰਦ ਪੀਰ ਕਰੀਮ ਬਖਸ਼ ਸੁਪਰਾ ਦੇ ਹਵਾਲੇ ਕਰ ਦਿੱਤਾ ਔਰ ਬਾਅਦ ਦੇ ਵਿੱਚ ਕਰੀਮ ਬਖਸ਼ ਤੋਂ ਪਾਕਿਸਤਾਨ ਸਰਕਾਰ ਨੇ ਸਾਰੀਆਂ ਚੀਜ਼ਾਂ ਖਰੀਦ ਕੇ ਸਾਂਭ ਸੰਭਾਲ ਦੇ ਨਾਲ ਇਸ ਵੇਲੇ ਜਿਹੜਾ ਲਾਹੌਰ ਕਿਲੇ ਦੇ ਵਿੱਚ ਇੱਕ ਸੈਪਰੇਟ ਸਿੱਖ ਗੈਲਰੀ ਬਣੀ ਹੈ, ਉਸ ਦੇ ਵਿੱਚ ਸੁਭਾਇਮਾਨ ਕੀਤੀਆਂ। ਔਰ ਮੈਂ ਸਮਝਦਾ ਹਾਂ ਵੀ ਅਸੀਂ ਜਿੱਥੇ ਸਾਡਾ ਬਹੁਤ ਸਾਰਾ ਵਿਰਸਾ ਇਸ ਪਾਸੇ ਤਬਾਹ ਕਰ ਦਿੱਤਾ ਗਿਆ ਹੈ, ਉੱਥੇ ਇਹ ਸੁਰੱਖਿਅਤ ਹੈ ਔਰ ਇਹ ਸਾਰਿਆਂ ਨੂੰ ਹੁਣ, ਔਰ ਇਹ ਅੱਜ ਸੋਸ਼ਲ ਮੀਡੀਆ ਤੇ ਜਿਹਨੇ ਵੀ ਕਿਹਾ, ਉਹਨਾਂ ਨੇ ਕਿਹਾ ਕਿ ਭਾਈ ਇਹ ਭਾਵੇਂ ਕੋਈ ਸਿੱਖ ਇਸ ਸ਼ਹਿਜ਼ਾਦੀ ਦੇ ਅੰਤਮ ਸੰਸਕਾਰ 'ਚ ਸ਼ਾਮਲ ਨਾ ਹੋ ਸਕਿਆ ਹੋਏ, ਪਰ ਅੱਜ 10 ਮਾਰਚ ਦੇ ਦਿਨ ਆਪਣੇ ਖੁੱਸੇ ਰਾਜ ਦੀ ਚਾਹਤ ਰੱਖਣ ਵਾਲੀ ਇਸ ਗੁਮਨਾਮ ਸ਼ਹਿਜ਼ਾਦੀ ਨੂੰ ਅਸੀਂ ਸਲਾਮ ਕਰਦੇ ਹਾਂ ਅਤੇ ਤੁਰ ਅੰਦਰੋਂ ਸਤਿਕਾਰ ਸਹਿਤ ਯਾਦ ਕਰਦੇ ਹਾਂ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਵਕਤ ਦੀ ਕਹਾਣੀ ਵੀ ਹੈ, ਅਰਸ਼ ਤੋਂ ਫਰਸ਼, ਪਰ ਇਹ ਜਦੋਂ ਅਸੀਂ ਗੱਲ ਕਰਦੇ ਹਾਂ ਔਰ ਭਾਵਨਾ ਜਾਂ ਜਜ਼ਬਾਤ ਸਾਡੇ ਤੇ ਹਾਵੀ ਹੁੰਦੇ ਨੇ, ਉਹਦਾ ਕਾਰਨ ਉਦੋਂ ਦੀ ਗਵਾਚੀ ਸੋਵਰਨਿਟੀ, ਫਿਰ 98 ਸਾਲ ਅੰਗਰੇਜ਼ਾਂ ਦੀ ਗੁਲਾਮੀ, ਪਿਛਲੇ 74 ਸਾਲ ਤੋਂ ਹਿੰਦੂਤਵੀ ਹਾਕਮਾਂ ਦੀ ਗੁਲਾਮੀ, ਔਰ ਇਹ ਹੈ ਸਮੇਂ ਦੀ ਖੇਡ, ਸਮੇਂ ਦੀ ਉਹ ਸਾਰਾ ਪਾਰਟ ਕਿ ਕਿੱਥੇ ਲੋਕਾਂ ਨੇ ਸ਼ੇਰੇ ਪੰਜਾਬ ਜਿਹਨੂੰ ਕਿਹਾ, ਅੱਜ ਅਸੀਂ ਜਦੋਂ ਦੇਖਦੇ ਹਾਂ ਕਿ ਕਿੱਥੋਂ ਉਹ ਪਰਿਵਾਰਾਂ ਦੀ ਕਹਾਣੀ ਨਹੀਂ ਹੁੰਦੀ, ਇਹ ਇਨਫੈਕਟ ਕੌਮਾਂ ਦੀ ਦਾਸਤਾਨ ਬਣ ਜਾਂਦੀ ਹੈ ਕਿ ਕਿਵੇਂ ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਬਣਦੀਆਂ ਔਰ ਉਸ ਸਮੇਂ ਦੇ ਵੇਗ ਦੇ ਵਿੱਚ ਅਕਲ ਤੋਂ ਕੰਮ ਨਹੀਂ ਲੈਂਦੀਆਂ ਜਾਂ ਉਸ ਬਹਾਅ ਨੂੰ ਨਹੀਂ ਸਮਝ ਸਕਦੀਆਂ, ਉਹ ਕਿਵੇਂ ਜੋ ਕੁਛ ਇੰਨੀ ਮਿਹਨਤ ਨਾਲ ਹਾਸਲ ਕੀਤਾ ਹੁੰਦਾ ਉਹਨੂੰ ਗਵਾ ਲੈਂਦੀਆਂ ਨੇ ਔਰ ਫਿਰ ਤੁਸੀਂ ਵਾਪਸ ਉਸ ਸਮੇਂ ਦੇ ਥਪੇੜੇ ਖਾਂਦੇ ਆ, ਉਹ ਸਾਰਿਆਂ ਨੂੰ ਦੁਬਾਰਾ ਜੇ ਰਿਵਾਈਵ ਵੀ ਕਰਦੇ ਹੋ, ਫਿਰ ਵੀ ਸਮੇਂ ਦੇ ਕੋਲ ਹੁੰਦਾ ਕਿ ਕਦੋਂ ਤੁਹਾਨੂੰ, ਬੇਸ਼ੱਕ ਸਾਡੀ ਕੌਮ ਦੀ ਕਹਾਣੀ ਇਹ ਹਮੇਸ਼ਾ ਜਦੋਂ ਅਸੀਂ ਫਰੋਮ ਕ੍ਰਾਸ ਟੂ ਕਰਾਊਨ ਕਹਿੰਦੇ ਕਿ ਭਾਈ ਇੱਕ ਪਾਸੇ ਜਿਹੜਾ ਤਖਤੇ ਤੋਂ ਤਖਤ ਤੱਕ ਦੀ ਕਹਾਣੀ ਸੀ, ਪੂਰਾ ਇਹ ਸਾਰੇ ਪੀਰੀਅਡ ਦੇ ਵਿੱਚ ਸਟਰਗਲ ਦੀ ਕਹਾਣੀ, ਪਰ 1849 'ਚ ਅਸੀਂ ਆਪਣੀ ਸੋਵਰਨਿਟੀ ਤਾਂ ਗਵਾਈ, ਪਰ ਨਾਲ ਇੰਨੀਆਂ ਕਿ ਟ੍ਰੈਜਿਕ ਸਟੋਰੀਜ਼ ਨੇ ਜਿਨ੍ਹਾਂ ਦੇ ਉੱਤੇ ਹਮੇਸ਼ਾ ਜੋ ਮਰਜ਼ੀ ਤੁਸੀਂ ਕਹੋ, ਪਰ ਗੱਲ ਇੱਕੋ ਹੀ ਹੈ ਕਿ ਭਾਈ ਅਲਟੀਮੇਟਲੀ ਇਹ ਵਕਤ ਦੇ ਥਪੇੜੇ, ਵਕਤ ਦੀ ਮਾਰ ਔਰ ਇਸ ਵਕਤ ਦੀ ਚਾਬੀ ਵੀ ਅਕਾਲ ਪੁਰਖ ਦੇ ਕੋਲ ਹੈ। ਸੋ ਇਹਦੇ ਨਾਲ ਹੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਆਪਣੇ ਵਿਊਜ਼ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੀ ਰਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।